बिस्मिल्लाहिर्रहमानिर्रहीम उर्दू पॉइंट तो सोनी धरती पाकिस्तान प्रोग्राम ਦੇ ਨਾਲ मैं ਤੁਹਾਡਾ ਹੋਸਟ ਚਾਂਦ ਸ਼ਕੀਲ। ਨਾਜ਼ਰੀਨ, ਅੱਜ ਦਾ ਦੌਰ ਸਾਇੰਸ ਤੇ ਟੈਕਨੋਲੋਜੀ ਦਾ ਦੌਰ ਹੈ। ਇਸ ਦੌਰ ਵਿੱਚ ਇਨਸਾਨ ਨੇ ਭਾਵੇਂ ਕਿੰਨੀ ਵੀ ਕਿਉਂ ਨਾ ਤਰੱਕੀ ਕਰ ਲਈ ਹੋਵੇ, ਪਰ اخلاقی ਤੌਰ ਉੱਤੇ ਸ਼ਾਇਦ ਉਹ ਇੰਨੀ ਤਰੱਕੀ ਨਹੀਂ ਕਰ ਸਕਿਆ। ਇਹੋ ਹੀ ਵਜ੍ਹਾ ਹੈ ਕਿ ਇਨਸਾਨ ਦੇ ਅੰਦਰ ਦੀ ਹਵਸ ਮੁੱਕਣ ਵਿੱਚ ਨਹੀਂ ਆ ਰਹੀ ਤੇ ਇਸ ਹਵਸ ਦਾ ਨਿਸ਼ਾਨਾ ਜ਼ਿਆਦਾਤਰ ਖਵਾਤੀਨ ਬਣ ਰਹੀਆਂ ਨੇ। ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਟੈਕਨੋਲੋਜੀ ਦੇ ਦੌਰ ਦੇ ਵਿੱਚ ਕਿਵੇਂ ਖਵਾਤੀਨ ਗੈਰ ਮਹਿਫੂਜ਼ ਹੋ ਕੇ ਰਹਿ ਗਈਆਂ ਨੇ। ਸਾਡੇ ਨਾਲ ਸਟੂਡੀਓ ਦੇ ਵਿੱਚ ਜੋ ਮਹਿਮਾਨ ਮੌਜੂਦ ਨੇ, ਮੈਂ ਉਹਨਾਂ ਦਾ ਤਾਰਫ ਕਰਾਂਦਾ ਚੱਲਾਂ। ਉਹ ਕਾਲਮ ਨਿਗਾਰ ਔਰ ਇਸ ਤੋਂ ਵਕਤ ਸਮਾਜੀ ਇਲਮ ਉੱਤੇ ਡੂੰਘੀ ਨਜ਼ਰ ਰੱਖਦੇ ਨੇ। ਮੇਰੀ ਮੁਰਾਦ ਜਨਾਬ ਇਰਫਾਨ ਮਜੀਦ ਸਾਹਿਬ। ਜੀ ਆਇਆਂ ਨੂੰ ਇਰਫਾਨ ਸਾਹਿਬ, ਕੀ ਹਾਲ ਨੇ? ਠੀਕ ਠਾਕ ਹੋ? ਅੱਛਾ ਇਰਫਾਨ ਸਾਹਿਬ, ਤੁਸੀਂ ਇਹ ਦੱਸੋ ਕਿ ਅੱਜ ਦੇ ਦੌਰ ਦੇ ਵਿੱਚ, ਟੈਕਨੋਲੋਜੀ ਦੇ ਦੌਰ ਦੇ ਵਿੱਚ ਖਵਾਤੀਨ ਕਿਵੇਂ ਗੈਰ ਮਹਿਫੂਜ਼ ਹੋ ਕੇ ਰਹਿ ਗਈਆਂ ਨੇ? ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਮੈਨੂੰ ਇਨਵਾਈਟ ਕੀਤਾ ਔਰ ਮੈਂ ਆਪਣੀ ਗੱਲਬਾਤ ਕਰਨ ਦਾ ਮੌਕਾ ਦਿੱਤਾ। ਦੇਖੋ, ਇਹ ਇੱਕ ਬਹੁਤ ਹੀ ਹਸਾਸ ਮੌਜੂ ਹੈ ਜਿਹਦੇ 'ਤੇ ਸਾਡੇ ਮੁਆਸ਼ਰੇ 'ਚ ਥੋੜ੍ਹੀ ਕਦਾਮਤ ਪ੍ਰਸਤੀ ਇਹਨੂੰ ਕਹਿ ਲਵੋ ਮੁਆਸ਼ਰੇ ਦੀ, ਕਿ ਇਹਨਾਂ ਚੀਜ਼ਾਂ ਨੂੰ ਅਸੀਂ ਗੱਲ ਕਰਨਾ ਇੱਕ ਟੈਬੂ ਸਮਝਦੇ ਹਾਂ, ਇੱਕ ਐਸੀ ਮਮਾਨੀਅਤ ਸਮਝੀ ਜਾਂਦੀ ਹੈ ਕਿ ਇਹਦੇ 'ਤੇ ਗੱਲ ਕਰਨਾ, ਜਾਂ ਤਾਂ ਅਸੀਂ ਇਹਨਾਂ ਗੱਲਾਂ 'ਤੇ ਜਦੋਂ ਗੱਲ ਸ਼ੁਰੂ ਕਰਨੇ ਹਾਂ ਤਾਂ ਇੱਕ ਖਸਿਆਨੇ ਜਿਹੇ ਹੋ ਜਾਂਦੇ ਹਾਂ, ਜਾਂ ਇਹਨੂੰ ਥੋੜ੍ਹਾ ਜਿਹਾ ਸਮਝਦੇ ਕਿ ਸ਼ਾਇਦ ਇਹ ਸਾਡੇ ਮੁਆਸ਼ਰੇ ਇਹਨੂੰ ਇੱਕ ਸੀਰੀਅਸ ਮੌਜੂ 'ਤੇ ਨਹੀਂ ਲਿਆ ਜਾ ਰਿਹਾ। ਅਤੇ ਸਾਡੇ ਲਈ ਬਿਲਕੁਲ ਸਾਡੇ ਅੱਜ ਦੇ ਦੌਰ ਵਿੱਚ ਜਿਹੜੀ ਪੂਰੀ ਸਿਰਫ ਪਾਕਿਸਤਾਨ ਨਹੀਂ, ਪੂਰੀ ਦੁਨੀਆ ਦੀਆਂ ਔਰਤਾਂ ਜਿਹੜੀਆਂ ਨੇ ਉਹ ਗੈਰ ਮਹਿਫੂਜ਼ ਹੋ ਕੇ ਰਹਿ ਗਈਆਂ ਨੇ। ਉਹਦੀ ਵਜ੍ਹਾ ਇੱਕ ਤਾਂ ਮੋਬਾਈਲ ਫੋਨਸ ਔਰ ਦੂਸਰੇ ਸਪਾਈ ਕੈਮਸ, ਹਿਡਨ ਕੈਮਸ ਔਰ ਕਈ ਐਸੇ ਈਵਨ ਜਿਹੜੇ ਅਸੀਂ ਦੇਖਦੇ ਹਾਂ ਕਿ ਸਾਡੇ ਐਸੇ ਵਾਲ ਪੁਆਇੰਟਸ ਮਿਲ ਜਾਂਦੇ ਨੇ, ਐਸੀਆਂ ਕੜੀਆਂ ਮਿਲ ਜਾਂਦੀਆਂ ਨੇ, ਹੋਰ ਐਸੀ ਕਈ ਸ਼ੈਵਾਂ ਨੇ ਜਿਨ੍ਹਾਂ ਵਿੱਚ ਮਾਈਕਰੋ ਕੈਮਰਾਜ਼ ਜਿਹੜੇ ਨੇ ਉਹ ਉਹਨਾਂ 'ਚ ਇੰਸਟਾਲ ਕੀਤੇ ਹੁੰਦੇ ਨੇ, ਜਿਹਦੀ ਵਜ੍ਹਾ ਤੋਂ ਅੱਜ ਜਿਹੜੀ ਖਵਾਤੀਨ ਨੇ ਉਹਨਾਂ ਦਾ ਵਕਾਰ ਅਤੇ ਇੱਜ਼ਤ ਦਾਅ 'ਤੇ ਲੱਗ ਗਈ ਹੈ। ਅੱਛਾ, ਇਹ ਤਾਂ ਹੋ ਗਿਆ ਓਵਰਆਲ। ਜਿਹੜਾ ਕਿ ਸਾਡੇ ਵਰਗੇ ਮਸ਼ਰਕੀ ਰਵਾਇਤ ਰੱਖਣ ਵਾਲੇ ਮੁਲਕ ਦੇ ਅੰਦਰ ਵੀਡੀਓ ਸਕੈਂਡਲਸ ਦੇ ਆਉਣ ਦੀ ਵਜ੍ਹਾ ਕੀ ਹੈ ਸਾਹਮਣੇ ਜਿਹੜੇ ਆਉਂਦੇ ਨੇ? ਬਿਲਕੁਲ, ਇੱਥੇ ਸਾਡੇ ਇੱਕ ਕਨਸੈਪਟ ਜਿਹੜਾ ਹੈ ਵੇ ਕਿ ਸਾਡੀ ਇੱਧਰ ਦੀ ਖਵਾਤੀਨ ਬਾਹਯਾ ਨੇ, ਇਫਤਮਾਬ ਨੇ, ਔਰ ਉਹ ਦੂਸਰੀ ਜਿਹੜੀ ਉਹਨਾਂ ਦੀ ਹੈ ਸਮਝਿਆ ਜਾਂਦਾ ਕਿ ਸ਼ਰਮੋ ਹਯਾ ਦਾ ਪੈਕਰ ਸਮਝੇ ਜਾਂਦੇ ਨੇ। ਇਹ ਬਿਲਕੁਲ ਗੱਲਾਂ ਠੀਕ ਹਨ, ਲੇਕਿਨ ਹੁਣ ਟੈਕਨੋਲੋਜੀ ਨੇ ਤੇਜ਼ੀ ਨਾਲ ਅੱਗੇ ਵਧੀ ਹੈ, ਉਹਦੇ ਨਤਾਇਜ ਜਿਹੜੇ ਨੇ ਕੁਝ ਮੰਨਫੀ ਅਸਰਾਤ ਮੁਰਤਬ ਹੋਏ ਨੇ ਕਿ ਅਸੀਂ ਖਾਹਿਸ਼ਾਂ ਦੇ ਇੱਕ ਬਹੁਤ ਵੱਡੇ ਜੰਗਲ ਵਿੱਚ ਫਸ ਕੇ ਰਹਿ ਗਏ ਹਾਂ, ਔਰ ਉਸ ਸਾਡੇ ਕੋਲ ਬੇਇੰਤਹਾ ਖਾਹਿਸ਼ਾਂ ਨੇ। ਖਵਾਤੀਨ ਸਾਡੇ ਇੱਥੇ ਚੂँਕਿ ਜ਼ਿਆਦਾਤਰ ਜਿਹੜਾ ਸਾਡਾ 90% ਜਿਹੜਾ ਹੈ ਵੇ ਤੁਸੀਂ ਦੇਖਦੇ ਹੋ ਕਿ ਜਿਹੜੀ ਸਾਡੀ ਖਵਾਤੀਨ ਦੀ ਕਲਾਸ ਹੈ ਉਹ ਲੋਅਰ ਮਿਡਲ ਕਲਾਸ ਨਾਲ ਤਾਲੁਕ ਹੈ ਜਾਂ ਮਿਡਲ ਕਲਾਸ ਨਾਲ ਤਾਲੁਕ ਹੈ। ਇਹਨਾਂ ਖਵਾਤੀਨ ਦੇ ਕੋਲ ਵੀ ਜਿਹੜੀ ਹੈ ਵੇ ਮਾਡਰਨਿਜ਼ਮ ਹੈ ਉਹਦੇ ਦੀ ਜਿਹੜੀ ਜਲਕਾਰ ਹੋਈ ਹੈ ਗਲੋਬਲਾਈਜੇਸ਼ਨ ਦੀ, ਉਹਦੇ ਵਿੱਚ ਉਹਨਾਂ ਦੇ ਕੋਲ ਉਹਨਾਂ ਦੀ ਖਾਹਿਸ਼ਾਂ ਬਹੁਤ ਵੱਧ ਗਈਆਂ ਨੇ। ਉਹਦੇ ਵਿੱਚ ਤੁਸੀਂ ਦੇਖੋ ਕਿ ਅਸੀਂ ਜਿਹੜੀ ਖਵਾਤੀਨ ਨੇ ਅੱਜ ਦੀਆਂ, ਉਹਨਾਂ ਦੇ ਕੋਈ ਕਿਸੇ ਨੂੰ ਮਹਿੰਗਾ ਮੋਬਾਈਲ ਰੱਖਣ ਦਾ ਸ਼ੌਕ ਹੈ, ਕੋਈ ਬ੍ਰਾਂਡ ਕਾਨਸ਼ੀਅਸਨੈਸ ਹੈ, ਜੂਲਰੀ, ਕੱਪੜੇ ਔਰ ਇਸ ਤਰ੍ਹਾਂ ਦੀ ਜਿਹੜੀ ਬਹੁਤ ਅਲਮ ਗਲਮ ਚੀਜ਼ਾਂ ਨੇ, ਉਹਨਾਂ ਦੇ ਪਿੱਛੇ ਜਿਹੜੀ ਨਸਣ ਦੀ ਖਾਹਿਸ਼ ਹੈ, ਔਰ ਉਸ ਖਾਹਿਸ਼ ਨੂੰ ਇੱਕ ਜਿਹੜਾ ਹੈ ਵੇ ਉਹਦੇ ਹਾਸਿਲ ਕਰਨ ਲਈ, ਆਪਣੇ ਖ਼ਾਬਾਂ ਨੂੰ ਹਾਸਿਲ ਕਰਨ ਲਈ ਉਹਨੂੰ ਤਾਬੀਰ ਲੱਭਣ ਦੀ ਜਿਹੜੀ ਬੇਸਬਰੀ ਹੈ, ਉਹਦਾ ਨਤੀਜਾ ਕੀ ਹੁੰਦਾ ਕਿ ਸ਼ਾਰਟਕਟਸ ਵੱਧ ਜਾਂਦੀਆਂ ਨੇ। ਉਹਨਾਂ ਸ਼ਾਰਟਕਟਸ ਦੀ ਵਜ੍ਹਾ ਤੋਂ ਇਹ ਜਿਹੜੀ ਹੈ ਵੇ ਇਹਦੇ ਜਿਹੜੇ ਮੰਨਫੀ ਅਸਰਾਤ ਨੇ ਉਹ ਸਾਡੇ ਆਪਣਾ ਮੁਰਤਬ ਹੋ ਰਹੇ ਨੇ, ਔਰ ਉਹਦਾ ਨਤੀਜਾ ਹੁੰਦਾ ਕਿ ਉਹ ਐਸੇ ਲੋਕਾਂ ਦੇ ਇਸਤਹਿਸਾਲ ਦਾ ਸ਼ਿਕਾਰ ਹੋ ਜਾਂਦੀਆਂ ਨੇ, ਐਸੇ ਜਿਹੜੇ ਜਿਨਸੀ ਭੇੜੀਏ ਜਿਨ੍ਹਾਂ ਨੂੰ ਕਹਿ ਲਓ ਕਿ ਉਹਨਾਂ ਦੇ ਚੁੰਗਲ ਵਿੱਚ ਫਸ ਕੇ ਰਹਿ ਜਾਂਦੀਆਂ ਨੇ, ਜੋ ਉਹਨਾਂ ਦੀ ਖਾਹਿਸ਼ਾਤ ਪੂਰੀਆਂ ਕਰਨ ਦੇ ਨਾਂ ਉੱਤੇ ਉਹਨਾਂ ਦਾ ਪੂਰਾ ਜਿਨਸੀ ਇਸਤਹਿਸਾਲ ਕਰਦੇ। ਅੱਛਾ ਇਰਫਾਨ ਸਾਹਿਬ, ਇਹਨਾਂ ਲੋਕਾਂ ਦੇ ਮਕਸਦ ਕੀ ਹੁੰਦੇ ਨੇ? ਮਕਸਦ ਕੀ ਹੁੰਦਾ ਹੈ ਕਿ ਵੀਡੀਓ ਸਕੈਂਡਲਸ ਨੂੰ ਸਾਹਮਣੇ ਲਿਆਉਣ ਦਾ, ਜਾਂ ਕੁਝ ਇਸ ਤਰ੍ਹਾਂ ਬਲੈਕਮੇਲਿੰਗ ਜਾਂ ਕੁਝ? ਦੇਖੋ, ਇਹਦੇ 'ਚ ਵੈਰੀ ਕਰਦਾ ਹੈ। ਬਹੁਤ ਸਾਰੇ ਲੋਕ ਐਸੇ ਹੁੰਦੇ ਨੇ ਕਿ ਜਿਨ੍ਹਾਂ ਦਾ ਮਕਸਦ ਉਹ ਕਿਸੇ ਖਾਤੂਨ ਨੂੰ ਉਹ ਆਪਣਾ ਇਹ ਸਾਰੀ ਗੱਲ ਸ਼ੁਰੂ ਹੁੰਦੀ ਹੈ, ਇਹ ਜਜ਼ਬਾਤੀ ਜਿਹੜੀ ਹੈ ਇੱਕ ਜਿਹੜੀ ਬਲੈਕਮੇਲਿੰਗ ਹੈ ਉਹਦੇ ਜ਼ਰੀਏ ਇਹ ਸਿਲਸਿਲਾ ਸ਼ੁਰੂ ਹੁੰਦਾ ਹੈ, ਜਿਹਦੇ ਪਿਆਰ ਮੁਹੱਬਤ ਦੇ ਨਾਂ 'ਤੇ ਉਹਨਾਂ ਨੂੰ ਵਰਗਲਾਇਆ ਜਾਂਦਾ ਹੈ, ਔਰ ਫਿਰ ਉਹਨਾਂ ਨੂੰ ਇੱਕ ਨਾਮੁਨਾਸਿਬ ਹਾਲਤ ਵਿੱਚ ਜਿਹੜਾ ਹੈ ਵੇ ਉਹਨਾਂ ਦੀ ਐਸੇ ਹਿਡਨ ਕੈਮਸ ਦੇ ਜ਼ਰੀਏ ਉਹਨਾਂ ਨੂੰ ਕੈਪਚਰ ਕਰ ਲਏ ਜਾਂਦੇ ਨੇ। ਐਸੇ ਮੂਵਮੈਂਟਸ ਜਿਹੜੇ ਕਿ ਸਾਡੀ ਸੁਸਾਇਟੀ ਦੇ ਇਤਬਾਰ ਨਾਲ ਬਿਲਕੁਲ ਜਿਨ੍ਹਾਂ ਦੀ ਉਹ ਬਹੁਤ ਮਾਯੂਬ ਸਮਝੇ ਜਾਂਦੇ ਨੇ। ਅੱਛਾ, ਇਹਨਾਂ ਜਿਹੜੇ ਸਕੈਂਡਲ ਸਾਹਮਣੇ ਆਉਂਦੇ ਨੇ ਜਾਂ ਕੁਝ ਇਸ ਤਰ੍ਹਾਂ, ਇਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ, ਜਾਂ ਇਹਨਾਂ ਦੇ ਕਿਸ ਤਰ੍ਹਾਂ ਇਕਦਾਮਾਤ ਕੀਤੇ ਜਾ ਸਕਦੇ ਨੇ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਾ ਹੋਣ, ਮੁਆਸ਼ਰੇ ਦੇ ਵਿੱਚ
ਕਿ ਨੌਜਵਾਨ ਨਸਲ ਜਾਂ ਜਿਸ ਤਰ੍ਹਾਂ ਦੂਸਰੀਆਂ ਖਵਾਤੀਨ ਨੇ ਉਹ ਇਹਦੇ ਤੋਂ ਬਚੀਆਂ ਰਹਿਣ, ਉਹਦੇ ਕਿਸ ਤਰ੍ਹਾਂ ਹੋ ਸਕਦਾ ਹੈ ਦੇਖੋ ਸਾਰੀਆਂ ਚੀਜ਼ਾਂ? ਪਹਿਲੇ ਤੇ ਹੈ ਵੀ ਕਿ ਇਹਦੇ 'ਚ ਸਾਨੂੰ ਸਮਾਜੀ ਬੇਦਾਰੀ ਹੋਣੀ ਚਾਹੀਦੀ ਹੈ। ਜਿਵੇਂ ਕਿ ਮੈਂ ਜ਼ਿਕਰ ਕੀਤਾ ਕਿ ਇਹ ਜਿਹੜਾ ਹੈ ਵੀ ਸਾਡੇ ਇੱਥੇ ਕੁਝ ਹੀ ਟੈਬੂਸ ਨੇ। ਜਦੋਂ ਤੱਕ ਸਾਡੇ ਜਦੋਂ ਕੁੜੀਆਂ ਇੱਕ ਜਵਾਨੀ ਦੀ ਉਮਰ ਨੂੰ ਜਦੋਂ ਪਹੁੰਚਦੀਆਂ ਨੇ, ਉਦੋਂ ਸਭ ਤੋਂ ਪਹਿਲੀ ਜਿਹੜੀ ਹੈ ਉਹਨਾਂ ਨੂੰ ਆਗਾਹੀ, ਉਹਨਾਂ ਨੂੰ ਜਿਹੜਾ ਸ਼ਊਰ ਹੈ ਉਹ ਘਰ ਦੀਆਂ ਜਿਹੜੀਆਂ ਵੱਡੀ ਉਮਰ ਦੀਆਂ ਖਵਾਤੀਨ ਨੇ ਉਹ ਦਵਾ ਸਕਦੀਆਂ ਨੇ। ਔਰ ਉਹਦੇ ਲਈ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਇਸ਼ਾਰੇ ਕਨਾਏ 'ਚ ਸਮਝਾਉਣਾ ਚਾਹੀਦਾ ਹੈ ਕਿ ਇਹ ਸਮਾਜ ਦੇ ਇਹ ਮਸਾਇਲ ਨੇ, ਇੱਥੇ ਤੁਹਾਨੂੰ ਕਦਮ ਕਦਮ 'ਤੇ ਕਿਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹਨਾਂ ਨਾਲ ਤੁਹਾਡਾ ਵਾਹ ਪਏਗਾ, ਕੈਸੇ ਜਿਹੜੇ ਨੇ ਤੁਹਾਡੇ ਲੋਕ ਤੁਹਾਡੇ ਸ਼ਿਕਾਰ ਲਈ ਤਿਆਰ ਬੈਠੇ ਨੇ ਤੇ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਕਿਵੇਂ ਉਹਨਾਂ ਕੋਲੋਂ ਬਚਾਉਣਾ ਹੈ। ਪਹਿਲੀ ਤੇ ਹੈ। ਔਰ ਦੂਸਰੀ ਉਸ ਤੋਂ ਬਾਅਦ ਜਿਹੜੀ ਬਣਦੀ ਹੈ ਸਾਡੇ ਸਕੂਲ ਲੈਵਲਸ ਤੇ ਜਿਹੜੀ ਸੈਕੰਡਰੀ ਲੈਵਲ ਹੈ ਜਾਂ ਉਸ ਤੋਂ ਬਾਅਦ ਕਾਲਜ ਲੈਵਲ ਦੇ ਜਿਹੜੇ ਇਬਤਦਾਈ ਸਾਲ ਨੇ, ਉਹਦੇ ਵਿੱਚ ਇਹ ਮੈਂ ਸਮਝਦਾ ਹਾਂ ਕਿ ਖਵਾਤੀਨ ਜਿਹੜੀ ਅਸਾਤਜ਼ਾ ਨੇ, ਜਿਹੜੀ ਲੈਕਚਰਰਸ ਨੇ, ਉਹਨਾਂ ਨੂੰ ਇੱਕ ਅਖਲਾਕੀ ਇਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਕਿ ਇਸ ਹਵਾਲੇ ਨਾਲ ਖੁੱਲ੍ਹ ਕੇ ਗੱਲ ਕਰਨ ਔਰ ਇਸ ਦੇ ਉਹ ਦੱਸਣ ਕਿ ਇਸ ਦੀ ਸੁਸਾਇਟੀ 'ਚ ਜੇ ਅਗਰ ਤੁਸੀਂ ਆਪਣੇ ਰਿਲੇਸ਼ਨਸ ਵਿੱਚ, ਆਪਣੇ ਤਾਲੁਕਾਤ ਵਿੱਚ ਕਿਵੇਂ ਮਹਿਦੂਦ ਰਹਿਣਾ ਹੈ, ਕਿਵੇਂ ਤੁਹਾਨੂੰ ਫੂਕ ਕੇ ਕਦਮ ਰੱਖਣਾ ਹੈ ਤਾਂ ਕਿ ਤੁਸੀਂ ਜਿਹੜਾ ਹੈ ਵੇ ਅੱਗੇ ਜਾ ਕੇ ਤੁਹਾਡੇ ਲਈ ਕੋਈ ਐਸੀ ਜਾਂ ਤੁਹਾਡੀ ਫੈਮਿਲੀ ਲਈ ਕੋਈ ਐਸੀ ਪ੍ਰੋਬਲਮ ਕ੍ਰੀਏਟ ਨਾ ਹੋਵੇ ਜੋ ਕਿ ਤੁਹਾਡੀ ਜ਼ਿੰਦਗੀ ਨੂੰ ਡਿਸਟਰਬ ਕਰਨ ਦਾ ਬਾਇਸ ਬਣੇ। ਅੱਛਾ, ਜਿਸ ਤਰ੍ਹਾਂ ਕਿ ਪਾਰਲੀਮੈਂਟ ਤੋਂ ਜਾਂ ਮੁਖਤਲਿਫ ਜਿਹੜੇ ਫੋਰਮਸ ਨੇ ਉਹਨਾਂ ਵੱਲੋਂ ਬਿੱਲ ਵੀ, ਹਕੂਕੇ ਨਸਵਾਂ ਜਿਹੜਾ ਉਹ ਬਿੱਲ ਵੀ ਪਾਸ ਹੋਏ ਨੇ, ਲੇਕਿਨ ਉਹਦੇ ਬਾਵਜੂਦ ਵੀ ਕੋਈ ਖਾਤਰ ਖੁਆਹ ਜਿਹੜੇ ਨਤੀਜੇ ਨੇ ਉਹ ਸਾਹਮਣੇ ਨਹੀਂ ਆ ਰਹੇ। ਇਹਦੀ ਕੀ ਵਜ੍ਹਾ ਹੈ? ਦੇਖੋ, ਕਾਨੂੰਨ ਜਿਹੜਾ ਹੈ ਉਹਦਾ ਜਿਹੜਾ ਹੈ ਉਹ ਮੌਜੂਦ ਹੋਣਾ ਉਹ ਚੀਜ਼ ਹੁੰਦੀ ਹੈ। ਉਹਨੂੰ ਜਿਹੜਾ ਕਿਹਾ ਜਾਂਦਾ ਕਿ ਇਨ ਲੈਟਰ ਐਂਡ ਇਨ ਸਪਿਰਿਟ ਜਿਹੜੀ ਉਹਦੀ ਇੰਪਲੀਮੈਂਟੇਸ਼ਨ ਹੈ ਉਹ ਇੱਕ ਦੂਸਰੀ ਚੀਜ਼ ਹੈ। ਕਾਨੂੰਨ ਤੇ ਮੌਜੂਦ ਨੇ, ਲੇਕਿਨ ਸਾਡੇ ਇੱਥੇ ਹਾਲੇ ਵੀ ਅਸੀਂ ਦੇਖਦੇ ਹਾਂ ਕਿ ਖਵਾਤੀਨ ਜਿਹੜੀਆਂ ਨੇ ਬਹੁਤ ਸਾਰੀ ਜਿਹੜੀ ਹੈ ਵੇ ਆਪਣੀ ਇੱਜ਼ਤ ਜਾਂ ਨਮੂਜ਼ ਦੀ ਹਿਫਾਜ਼ਤ ਦੀ ਖਾਤਰ ਉਹ ਬਹੁਤ ਸਾਰੀ ਕੇਸਿਸ ਜਿਹੜੇ ਨੇ ਰਿਪੋਰਟ ਹੀ ਨਹੀਂ ਹੁੰਦੇ। ਅਗਰ ਕੋਈ ਇਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਇਸਤਿਹਸਾਲ ਕਰ ਰਿਹਾ, ਵੀਡੀਓ ਦੀ ਜ਼ਰੂਰਤ ਹੈ ਹੋ ਜਾਂ ਹੋਰ ਕਿਸੇ ਜ਼ਰੂਰਤ, ਤੇ ਉਹ ਰਿਪੋਰਟ ਹੀ ਨਹੀਂ ਕਰਦੀਆਂ। ਉਹਨਾਂ ਦੇ ਵਾਲਿदैन ਨੂੰ ਵੀ ਪਤਾ ਹੋਏ ਤੇ ਉਹ ਸਾਰੇ ਮਾਮਲੇ ਨੂੰ ਜਿਹੜਾ ਹਸ਼ਬ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਸਾਡੀ ਜਿਹੜੀ ਹੈ ਇੱਜ਼ਤ ਹੈ ਉਹ ਮਹਿਫੂਜ਼ ਰਹਿ ਸਕੇ, ਜੋ ਕਿ ਇੱਕ ਮੰਨਫੀ ਰਵੱਈਆ ਹੈ। ਜਦੋਂ ਹਕੂਮਤ ਵੱਲੋਂ ਇੱਕ ਪ੍ਰੋਟੈਕਸ਼ਨ ਦਿੱਤੀ ਗਈ ਹੈ, ਹੈਰਸਮੈਂਟ ਦੇ ਇੱਕ ਮਜ਼ਬੂਤ ਕਾਨੂੰਨ ਵੀ ਬਣ ਗਿਆ ਗਿਆ, ਤੇ ਲੋਕਾਂ ਨੂੰ ਇਸ ਤੋਂ ਇੱਕ ਸਮਝ ਲਓ ਕਿ ਇਹਦੇ ਵਿੱਚ ਇੱਕ ਜਿਹੜਾ ਹੈ ਸਟੈਪ ਫਾਰਵਰਡ ਜਿਹੜਾ ਮਤਲਬ ਉਹਨਾਂ ਨੂੰ ਹੋਣਾ ਚਾਹੀਦਾ ਹੈ ਤਾਂ ਕਿ ਬਹੁਤ ਅੱਗੇ ਜਾ ਕੇ ਜਦੋਂ ਕੁਝ ਲੋਕਾਂ ਨੂੰ ਇਬਰਤਨਾਕ ਸਜ਼ਾਵਾਂ ਮਿਲਣਗੀਆਂ ਉਹ ਆਪਣੇ ਕੈਫਰੇ ਕਿਰਦਾਰ ਨੂੰ ਪਹੁੰਚਣਗੇ ਤੇ ਅੱਗੋਂ ਤੋਂ ਜਿਹੜੇ ਐਸੇ ਲੋਕ ਨੇ ਜਿਹੜੇ ਕਿ ਖਵਾਤੀਨ ਲਈ ਜਿਹੜੇ ਕਿ ਵਬਾਲ ਬਣੇ ਨੇ ਜਾਂ ਜਿਹੜੇ ਉਹਨਾਂ ਨੂੰ ਉਹਨਾਂ ਦੇ ਇਸਤਿਹਸਾਬ ਦੀ ਰਾਹ 'ਤੇ ਲੱਗੇ ਨੇ, ਉਹਨਾਂ ਲਈ ਇੱਕ ਇਬਰਤ ਦਾ ਇੱਕ ਸਮਾਨ ਪੈਦਾ ਹੋਏਗਾ। ਔਰ ਇਹਦੇ ਨਾਲ ਜਿਹੜਾ ਹੈ ਵੀ ਇਹਦੇ ਵਿੱਚ ਕੁਝ ਲੋਕਾਂ ਨੂੰ ਜਿਹੜਾ ਹੈ ਵੀ ਅੱਗੇ ਆ ਕੇ ਕਰਨਾ ਚਾਹੀਦਾ ਹੈ। ਅੱਛਾ ਇਰਫਾਨ ਸਾਹਿਬ, ਇਹ ਦੱਸੋ ਕਿ ਇਹਦੇ ਸਾਰੇ ਜਿਹੜੇ ਹੈਗੇ ਨੇ ਕਾਰਨ, ਉਹਦੇ ਵਿੱਚ ਮੁਆਸ਼ਰੇ ਦਾ ਕੀ ਰੋਲ ਹੋਣਾ ਚਾਹੀਦਾ ਹੈ? ਮੁਆਸ਼ਰੇ ਨੂੰ ਕੀ ਕਿਰਦਾਰ ਅਦਾ ਕਰਨਾ ਚਾਹੀਦਾ ਜਾਂ ਕਿਸ ਤਰ੍ਹਾਂ ਸਾਹਮਣੇ ਆਉਣਾ ਚਾਹੀਦਾ? ਦੇਖੋ, ਮੁਆਸ਼ਰੇ ਦਾ ਇੱਕ ਤੇ ਜਿਹੜੀ ਹੈ ਕਿ ਸਾਡੇ ਮੁਆਸ਼ਰੇ 'ਚ ਇੱਕ ਜਿਹੜੀ ਮੁਨਾਫਕਤ ਹੈ, ਇੱਕ ਜਿਹੜੀ ਇਹਦਾ ਇੱਕ ਦੋਅਮਲੀ ਹੈ, ਦੋਗਲਾਪਨ ਹੈ, ਉਹਨੂੰ ਮੁਆਸ਼ਰੇ ਨੂੰ ਆਪਣੇ ਆਪ ਨੂੰ ਸੋਚਣਾ ਚਾਹੀਦਾ ਕਿ ਐਸਾ ਕਿਉਂ ਹੈ। ਸਾਡੇ ਇੱਥੇ ਬਦਕਿਸਮਤੀ ਨਾਲ ਜਿਹੜੀ ਸਿਨਫੀ ਇਮਤਿਆਜ਼ ਹੈ, ਜਿਹੜੀ ਜੈਂਡਰ ਇਨਇਕੁਐਲਿਟੀ ਹੈ, ਉਹ ਇਹਦੀ ਇੱਕ ਬਹੁਤ ਵੱਡੀ ਵਜ੍ਹਾ ਹੈ। ਅਮੂਮਨ ਜਿਹੜੇ ਨੌਜਵਾਨ ਐਸੀ ਵੀਡੀਓਜ਼ ਵਾਇਰਲ ਕਰਦੇ ਨੇ, ਬਾਅਦ ਵਿੱਚ ਉਹਨਾਂ 'ਚ ਖੁਦ ਵੀ ਉਹਨਾਂ ਦੀ ਮੌਜੂਦਗੀ ਹੁੰਦੀ ਹੈ, ਲੇਕਿਨ ਸਾਡਾ ਮੁਆਸ਼ਰਾ ਜਿਹੜਾ ਹੈ, ਜਿਹੜਾ ਨੌਜਵਾਨ ਹੈ, ਮਰਦ ਨੂੰ ਉਹ ਇੰਨਾ ਕਸੂਰਵਾਰ ਨਹੀਂ ਸਮਝਦਾ, ਜਾਂ ਉਹ ਸਮਝਦਾ ਹੈ ਕਿ ਉਹਦੀ ਜਿਹੜੀ ਉਰਿਆਨੀ ਹੈ ਉਹ ਕੋਈ ਮਾਨੀ ਨਹੀਂ ਰੱਖਦੀ। ਔਰਤ ਦੀ ਉਰਿਆਨੀ ਨੂੰ ਇੱਕ ਬਹੁਤ ਵੱਡਾ ਗੁਨਾਹ ਸਮਝਿਆ ਜਾਂਦਾ ਹੈ, ਲੇਕਿਨ ਉਹਦੇ ਮੁਕਾਬਲੇ 'ਤੇ ਜਿਹੜੇ ਮਰਦ ਦੀ ਉਰਿਆਨੀ ਹੈ ਉਹਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਕਿ ਸ਼ਾਇਦ ਉਹ ਕੋਈ ਵੱਡੀ ਮਾਨੀ ਨਹੀਂ ਰੱਖਦੀ, ਤੇ ਉਹਦਾ ਜਿਹੜਾ ਗੁਨਾਹ ਹੈ ਉਹਨੂੰ ਗੁਨਾਹ ਸਮਝਿਆ ਹੀ ਨਹੀਂ ਜਾਂਦਾ। ਇਸ ਲਈ ਐਸੇ ਜਿਹੜੇ ਲੋਕ ਨੇ, ਇਸ ਕਿਸਮ ਦੇ ਜਿਹੜੇ ਬਦ ਕਿਰਦਾਰ ਲੋਕ ਨੇ, ਉਹ ਬੜੀ ਢਿਟਾਈ ਨਾਲ ਐਸੀ ਵੀਡੀਓਜ਼ ਕਰ ਦਿੰਦੇ ਨੇ ਕਿ ਜਿਹਨੂੰ ਪਤਾ ਹੁੰਦਾ ਕਿ ਸਾਨੂੰ ਕੀ ਕਹਿਣਾ ਹੈ ਮੁਆਸ਼ਰੇ ਨੇ। ਉਹ ਇਸ ਮੁਆਸ਼ਰੇ ਦੇ ਬਲੂ ਆਈਡ ਹੁੰਦੇ ਨੇ, ਜਿਹੜੇ ਸਾਡੇ ਮਰਦ ਜਿਹੜਾ ਤਬਕਾ ਹੈ ਬਲੂ ਆਈਡ ਹੁੰਦਾ ਕਿ ਉਹ ਕੋਈ ਨਹੀਂ। ਸਾਡੇ ਘਰਾਂ 'ਚ ਵੀ ਨਫਸਿਆਤ ਹੁੰਦੀ ਹੈ ਕਿ ਅਗਰ ਸਾਡਾ ਨੌਜਵਾਨ ਪੁੱਤਰ ਕਿਸੇ ਦੀ ਧੀ ਭੈਣ ਨਾਲ ਕੋਈ ਗਲਤ ਫੇਲ ਕਰ ਬੈਠੇ ਤੇ ਅਸੀਂ ਉਹਨੂੰ ਬਾਜ਼
ਬਾਜ਼ ਦਫਾ ਤੇ ਅਸੀਂ ਉਹਨੂੰ ਜਿਹੜਾ ਰੱਦ ਹੀ ਹੈ ਉਹ ਕਰਨੇ ਆ ਸਰਾਹਨੇ ਆ ਜਾਂ ਉਹਨੂੰ ਇੱਕ ਮਾਹੌਲ ਵਿੱਚ ਲੈਂਦੇ ਆ। ਲੇਕਿਨ ਸਾਡੇ ਘਰ ਦੀ ਅਗਰ ਕੋਈ ਕੁੜੀ ਹੈ ਉਹ ਕਿਸੇ ਗਲਤ ਫੇਰ ਦਾ ਇਰਤਕਾਬ ਕਰਦੀ ਹੈ ਤੇ ਸਾਡਾ ਰਵੱਈਆ ਜਿਹੜਾ ਹੈ ਉਹ ਬਹੁਤ ਹੀ ਮੁਖਤਲਿਫ ਔਰ ਜਾਰਹਾਨਾ ਹੁੰਦਾ ਹੈ, ਉਹ ਬੜਾ ਮੁਤਸ਼ੱਦਦ ਰਵੱਈਆ ਹੁੰਦਾ ਹੈ। ਇਹ ਸੋਚ ਨੂੰ ख़त्म ਕਰਨਾ ਪਏਗਾ। ਅਗਰ ਇੱਕ ਗੁਨਾਹ ਇੱਕ ਜੁਰਮ ਦੀ ਨੋਇਤ ਇੱਕ ਹੈ ਤੇ ਸਾਰੇ ਉਸ ਮੁਜਰਮ ਨੂੰ ਮੁਜਰਮ ਚਾਹੇ ਖਾਤੂਨ ਹੋਵੇ ਜਾਂ ਮਰਦ ਉਹਨਾਂ ਨੂੰ ਇੱਕੋ ਨਜ਼ਰ ਨਾਲ ਦੇਖਣਾ ਚਾਹੀਦਾ। ਅੱਛਾ ਇਰਫਾਨ ਸਾਹਿਬ, ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਕਿ ਸ਼ੁਰੂ ਦੇ ਵਿੱਚ ਕਿ ਵੀਡੀਓ ਸਕੈਂਡਲ ਦੇ ਵਿੱਚ ਜ਼ਿਆਦਾ ਜਿਹੜੀਆਂ ਕਿ ਘੱਟ ਉਮਰ ਦੀਆਂ ਲੜਕਿਆਂ ਦੀ ਵੀਡੀਓ ਸਾਹਮਣੇ ਆਉਂਦੀ, ਲੇਕਿਨ ਇੱਕ ਔਰ ਦੂਸਰੀ ਵਜ੍ਹਾ ਵੀ ਹੈ ਕਿ ਬਾਜ਼ ਖਵਾਤੀਨ ਸ਼ਾਦੀशुदा ਜਾਂ ਉਹਨਾਂ ਦੀ ਵੀਡੀਓ ਸਾਹਮਣੇ ਆਉਣ ਦੀ ਕੀ ਵਜ੍ਹਾ ਹੈ? ਦੇਖੋ ਉਹਦੇ 'ਚ ਹੁੰਦਾ ਹੈ ਵੀ ਕਿ ਸਾਡੇ ਇੱਥੇ ਕੋਈ ਜਿਹੜੇ ਖਵਾਤੀਨ ਜੋੜ ਮਰਦ ਔਰ ਮਰਦ ਨੇ ਜਿਹੜੇ ਸ਼ਾਦੀ ਦੇ ਬੰਧਨ ਵਿੱਚ ਬੰਦੇ ਨੇ, ਉਹ ਸ਼ੌਕੀਆ ਜਿਹੜਾ ਹੈ ਵੇ ਉਹ ਸਿਰਫ ਇੱਕ ਐਡਵੈਂਚਰ ਲਈ ਆਪਣੀ ਜਿਹੜੀ ਹੈ ਨੇ ਵੀਡੀਓ ਜਿਹੜੀ ਹੈ ਉਹ ਬਣਾ ਲੈਂਦੇ ਨੇ ਮੋਬਾਈਲ ਵਗੈਰਾ 'ਚ ਉਹਨਾਂ ਦੇ ਪਈ ਹੁੰਦੀ ਹੈ ਉਹ। ਲੇਕਿਨ ਹੁੰਦਾ ਹੈ ਕਿ ਕਈ ਵਾਰੀ ਮੋਬਾਈਲ ਚੋਰੀ ਹੋ ਜਾਂਦਾ ਹੈ ਜਾਂ ਖੋਹ ਲਿਆ ਜਾਏ ਤੇ ਉਹਦੇ ਵਿੱਚ ਉਹ ਜਦੋਂ ਕਿਸੇ ਹੋਰ ਤੀਜੇ ਬੰਦੇ ਦੇ ਹੱਥ ਲੱਗਦੀ ਹੈ ਤੇ ਉਹ ਉਸ ਵੀਡੀਓ ਨੂੰ ਵਾਇਰਲ ਕਰ ਲੈਂਦਾ ਹੈ। ਔਰ ਇੱਕ ਹੋਰ ਜਿਹੜੀ ਹਕੀਕਤ ਹੈ ਜੇ ਤੋਂ ਸਾਡੇ ਬਹੁਤ ਸਾਰੇ ਲੋਕ ਨਾਗਵਾਕਫ ਨੇ ਕਿ ਉਹ ਜਦੋਂ ਆਪਣਾ ਮੋਬਾਈਲ ਅਗਰ ਤੁਹਾਡੇ ਮੋਬਾਈਲ ਵਿੱਚ ਐਸੀ ਕੋਈ ਵੀਡੀਓ ਬਣਾ ਲਈ ਤੁਸੀਂ ਸ਼ੁਗਲਨ ਔਰ ਉਹ ਤੁਸੀਂ ਜਦੋਂ ਉਹਨੂੰ ਉਹਦੀ ਮੈਮਰੀ ਵਾਸ਼ ਵੀ ਕਰਕੇ ਤੁਸੀਂ ਜਾ ਕੇ ਉਹਨੂੰ ਕਿਤੇ ਸੇਲ ਕਰਦੇ ਹੋ ਤੇ ਅੱਜ ਕੱਲ੍ਹ ਆਸਾਨੀ ਨਾਲ ਐਸੇ ਰਿਕਵਰੀ ਸੌਫਟਵੇਅਰਸ ਮੌਜੂਦ ਨੇ ਜਿਨ੍ਹਾਂ ਦੀ ਮਦਦ ਤੋਂ ਤੁਸੀਂ ਉਸ ਮੋਬਾਈਲ ਦੀ ਹਰ ਡਾਕੂਮੈਂਟ, ਹਰ ਪਿਕਚਰ, ਹਰ ਵੀਡੀਓ ਜੋ ਹੈ ਰਿਕਵਰ ਕਰ ਲੈਂਦੇ ਹੋ। ਔਰ ਇਹਦੀ ਵਜ੍ਹਾ ਤੋਂ ਜਿਹੜਾ ਹੈ ਵੇ ਉਹ ਜਿਹੜਾ ਸਾਡਾ ਉਹ ਹੈ ਨੇ ਅਜ਼ਵਾਜੀ ਜੋੜੇ ਜੋ ਇੱਕ ਜਾਇਜ਼ ਸੰਬੰਧ ਵਿੱਚ ਵੀ ਬੰਦੇ ਹੁੰਦੇ ਨੇ ਉਹ ਵੀ ਉਹਨਾਂ ਨੂੰ ਇੱਕ ਮੁਲਾਮਤ ਔਰ ਐਸੀ ਜ਼ਿਲਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਜਿਹਦੇ ਨਾਲ ਅੱਗੇ ਜਾ ਕੇ ਵੀ ਉਹਨਾਂ ਦੇ ਸਾਰੀ ਉਮਰ ਜਿਹੜੇ ਤਾਲੁਕਾਤ ਨੇ ਉਹ ਜਿਹੜੇ ਨੇ ਅਗਰ ਉਹ ਅਵਲ ਤੇ ਉਹ ਫਿਰ ਨਾਲ ਰਹਿ ਨਹੀਂ ਸਕਦੇ। ਇਹ ਸਾਡਾ ਮੁਆਸ਼ਰਾ ਜਿਹੜਾ ਹੈ ਉਹਨੇ ਔਰ ਜਿਹੜਾ ਇੱਕ ਰਹਿ ਨਹੀਂ ਸਕਦੇ ਔਰ ਅਗਰ ਉਹ ਆਪਣਾ ਰਹਿ ਵੀ ਪਵਨ ਮਜਬੂਰੀ 'ਚ ਤੇ ਫਿਰ ਵੀ ਉਹਨਾਂ ਦੇ ਤਾਲੁਕਾਤ ਵਿੱਚ ਇੱਕ ਐਸੀ ਤਲਖੀ ਰਹਿੰਦੀ ਹੈ ਆਪਣੇ ਜਿਵੇਂ ਆਪਣੇ ਐਕਸਪੋਜ਼ ਹੋਣ ਦੀ, ਆਪਣੇ ਜਿਹੜੇ ਇਸ ਤਰ੍ਹਾਂ ਜ਼ਾਹਿਰ ਹੋਣ ਦੀ ਔਰ ਐਸੀ ਇੱਕ ਤਲਖੀ ਰਹਿੰਦੀ ਹੈ ਕਿ ਉਹ ਤਾਲੁਕਾਤ ਫਿਰ ਕਦੀ ਨਾਰਮੈਲਸੀ ਵੱਲ ਨਹੀਂ ਆ ਸਕਦੇ। ਜੀ ਬਹੁਤ ਸ਼ੁਕਰੀਆ ਇਰਫਾਨ ਸਾਹਿਬ। ਦੋਸਤੋ ਅੱਜ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਸੁਣੀ ਕਿ ਟੈਕਨੋਲੋਜੀ ਦੇ ਦੌਰ ਦੇ ਵਿੱਚ ਕਿਸ ਤਰ੍ਹਾਂ ਖਵਾਤੀਨ ਗੈਰ ਮਹਿਫੂਜ਼ ਹੋ ਕੇ ਰਹਿ ਗਈਆਂ ਨੇ ਤੇ ਇਸ ਹਵਾਲੇ ਨਾਲ ਇਰਫਾਨ ਸਾਹਿਬ ਨੇ ਸਾਨੂੰ ਬਹੁਤ ਸੋਹਣੀ ਗੱਲਬਾਤ ਇਸ ਹਵਾਲੇ ਨਾਲ ਦੱਸਿਆ ਕਿ ਕੀ ਕਰਨਾ ਚਾਹੀਦਾ ਖਵਾਤੀਨ ਨੂੰ ਆਪਣੇ ਬਚਾਅ ਲਈ ਔਰ ਕੀ ਹੋਣਾ ਚਾਹੀਦਾ। ਇਹਦੇ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਬਹੁਤ ਪਸੰਦ ਆਇਆ ਹੋਣਾ। ਇਹਦੇ ਨਾਲ ਹੀ ਆਪਣੇ ਹੋਸਟ ਚਾਂਦ ਸ਼ਕੀਲ ਨੂੰ ਇਜਾਜ਼ਤ ਦਿਓ। ਲੈ ਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਯਾਰ